आन कहाँ हो मियाँ, तेरी कवन वडाई। जो तू देहे सो कहाँ स्वामी, मैं मूर्ख कहन ना जाई। जो तू देहे सो कहाँ स्वामी, मैं मूर्ख कहन ना जाई। सतनाम। ਧੰਨ ਵਾਹਿਗੁਰੂ ਸਾਹਿਬ ਜੀਓ। ਜੋ ਸੁਖ ਕੋ ਚਾਹੈ ਸਦਾ, ਸ਼ਰਨ ਰਾਮ ਕੀ ਲੇ। ਕਹੋ ਨਾਨਕ ਸੁਨ ਰੇ ਮਨਾ, ਦੁਰਲਭ ਮਾਨੁਖ ਦੇ। ਮਾਇਆ ਕਾਰਨ ਤਵਹੀ, ਮੂਰਖ ਲੋਗ ਅਜਾਨ। ਕਹੋ ਨਾਨਕ ਬਿਨ ਹਰਿ ਭਜਨ, ਬਿਰਥਾ ਜਨਮ ਸਿਰਾਨ। ਕਹੋ ਨਾਨਕ ਬਿਨ ਹਰਿ ਭਜਨ, ਬਿਰਥਾ ਜਨਮ ਸਿਰਾਨ। ਗਰੀਬ ਨਵਾਜ਼ ਸ਼ਾਹੀ ਸ਼ਹਿਨਸ਼ਾਹ ਵਾਲੀਏ ਕੁਲ ਆਲਮ, ਧੰਨ ਧੰਨ ਸਤਿਗੁਰੂ ਗੁਰਤਾ ਗੱਦੀ ਤੇ ਬਿਰਾਜਮਾਨ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਖੁਸ਼ੀਆਂ ਭਰੀ ਗੋਦ ਅੰਦਰ ਸਜ ਬੈਠੇ ਸਤ ਸੰਗੀ ਜਨੋ, ਵੱਡ ਭਾਗੇ ਖਾਂ। ਉਸ ਸਤਿਗੁਰ ਦੀ ਬਖਸ਼ਿਸ਼ ਹੋਈ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ। ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਇਹ ਸਤਿਗੁਰ ਨੇ ਸਾਡੇ ਤੇ ਰਹਿਮਤ ਕੀਤੀ। ਸੋ ਸਤਿਗੁਰ ਜੀ ਨੇ ਜੇ ਸਾਡੇ ਤੇ ਇਹ ਰਹਿਮਤ ਕੀਤੀ ਹੈ, ਸਤ ਸੰਗਤ ਦੀਆਂ ਘੜੀਆਂ ਸਾਨੂੰ ਬਖਸ਼ੀਆਂ, ਕੂੜ ਦੀ ਦੁਨੀਆ ਵਿੱਚੋਂ ਕੱਢ ਕੇ ਸੱਚ ਦੇ ਮਾਰਗ ਦਾ ਪਾਂਧੀ ਬਣਾਇਆ। ਇੱਕ ਕਦਮ ਅਸੀਂ ਵੀ ਗੁਰੂ ਵੱਲ ਸੱਚ ਦਾ ਪੁੱਟੀਏ, ਸੱਚ ਦੇ ਮਾਰਗ ਦੇ ਪਾਂਧੀ ਬਣੀਏ। ਆਓ ਸਤਿਗੁਰ ਦਾਤਾ ਰਹਿਮਤ ਕਰੇ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੌਵੇਂ ਪਾਤਸ਼ਾਹ। ਸਤਿਗੁਰੂ ਜੀ ਦੀ ਪਾਵਨ ਬਾਣੀ ਦੇ 2 ਸਲੋਕ, ਉਹਨਾਂ ਦਾ ਪਾਠ ਆਪ ਜੀ ਨੇ ਸਰਵਣ ਕੀਤਾ। 27 ਨੰਬਰ ਸਲੋਕ ਅਤੇ 28 ਨੰਬਰ ਸਲੋਕ। ਇਹਨਾਂ ਦੋਵਾਂ ਬਚਨਾਂ ਦੇ ਅੰਦਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੀ ਕਿਰਪਾ ਕਰਦੇ ਆ, ਕੀ ਉਪਦੇਸ਼, ਕੀ ਵਿਚਾਰ, ਕੀ ਸਮਝ ਸਾਨੂੰ ਸਮਝ ਆਉਂਦੇ ਆ। ਆਓ ਉਹਨੂੰ ਸਮਝਣ ਦਾ, ਵਿਚਾਰਨ ਦਾ ਯਤਨ ਕਰੀਏ। ਵਿਚਾਰ ਨੂੰ ਆਰੰਭਣ ਤੋਂ ਪਹਿਲਾਂ ਸਾਹਿਬਾਂ ਦੇ ਚਰਨਾਂ 'ਚ ਸੀਸ ਨਵਾਓ। ਪਿਆਰ, ਸਤਿਕਾਰ ਅਤੇ ਅਦਬ ਦੇ ਨਾਲ ਦੋਵੇਂ ਹੱਥ ਜੋੜ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਨਮਸਕਾਰ ਕਰੋ। ਗੁਰੂ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ। ਪਿਆਰ ਨਾਲ ਆਖੋ ਇੱਕੇ ਵਾਰੀ ਕਹਿਣ 'ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦਿਨੀ ਅਸੀਂ ਵਿਚਾਰਿਆ ਪ੍ਰਾਨੀ ਕਛੂ ਨਾ ਚੇਤਈ,
ਮਦ ਮਾਇਆ ਕੈ ਅੰਧ। ਮਦ ਭਾਵ ਮਾਇਆ ਦੇ ਨਸ਼ੇ ਦੇ ਵਿੱਚ ਗਲਤਾਨ ਹੋਇਆ ਬੰਦਾ ਕਦੇ ਵੀ ਰੱਬ ਨੂੰ ਚੇਤਦਾ ਨਹੀਂ, ਯਾਦ ਨਹੀਂ ਕਰਦਾ। ਪਰ ਗੁਰੂ ਦਾ ਸੁਭਾਅ ਹੈ ਇਹਨੂੰ ਬਾਰ-ਬਾਰ ਚੇਤੇ ਕਰਾਉਣਾ। ਗੁਰੂ ਨਹੀਂ ਭੁੱਲਦਾ, ਅਸੀਂ ਭੁੱਲਦੇ ਹਾਂ, ਕਿਉਂਕਿ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਕਿਉਂਕਿ ਆਪਾਂ ਕਿਤੇ ਵੇਖਿਆ ਬਹੁਤਾ ਤੇ ਆਪਾਂ ਰੱਬ ਭੁੱਲ ਜਾਂਦੇ ਹਾਂ। ਫਿਰ ਜਦੋਂ ਉਹ ਬਹੁਤੀ ਚੀਜ਼ ਵੱਲ ਵੇਖ ਕੇ ਸਾਡੇ ਜੀਵਨ ਵਿੱਚ ਦੁੱਖ ਆਉਂਦੇ ਆ, ਫਿਰ ਸਾਡਾ ਝੁਕਾਅ ਰੱਬ ਵਾਲੇ ਪਾਸੇ ਜਾਂਦਾ ਹੈ ਤੇ ਗੁਰੂ ਪਹਿਲਾਂ ਹੀ ਸਾਨੂੰ ਰੱਬ ਯਾਦ ਕਰਾਉਂਦਾ ਹੈ। ਕਹੋ ਨਾਨਕ ਬਿਨ ਹਰ ਭਜਨ ਪਰਤ ਤਾਹੇ ਜਮ ਫੰਦ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਕਿ ਵੀ ਜਿਨ੍ਹਾਂ ਨੇ ਰੱਬ ਨੂੰ ਚੇਤੇ ਨਹੀਂ ਨਾ ਕੀਤਾ, ਉਹਨਾਂ ਨੂੰ ਜਮਾਂ ਦੀਆਂ ਫਾਹੀਆਂ ਪੈ ਗਈਆਂ, ਭਾਵ ਉਹ ਕਾਲ ਦੇ ਵਸ ਪੈ ਗਏ। ਅਗਲੇ ਬਚਨਾਂ ਦੇ ਅੰਦਰ ਸਤਿਗੁਰੂ ਜੀ ਨੇ ਫਿਰ ਦੁਬਾਰਾ ਸਾਨੂੰ ਇੱਕ ਗੱਲ ਸਮਝਾਈ। ਹਰੇਕ ਬੰਦਾ ਅੱਜ ਦੇ ਸਮੇਂ, ਅੱਜ ਦੇ ਹਾਲਾਤ ਨੂੰ ਜਦੋਂ ਤੁਸੀਂ ਵੇਖਦੇ ਹੋ, ਹਰੇਕ ਬੰਦਾ ਦੌੜ ਭੱਜ ਕਰ ਰਿਹਾ। ਦੌੜ ਭੱਜ ਕਾਹਦੀ ਹੈ? ਬੰਦੇ ਦੀ ਦੌੜ ਭੱਜ ਇਹਦੇ ਵੱਲ ਵੇਖ ਕੇ ਹੀ ਇੱਕ ਅੰਦਾਜ਼ਾ ਲੱਗਦਾ ਕਿ ਵੀ ਜਿੰਨਾ ਵੀ ਭੱਜ ਰਿਹਾ, ਜਿੰਨਾ ਵੀ ਦੌੜ ਰਿਹਾ, ਸੁੱਖਾਂ ਦੇ ਲਈ ਦੌੜ ਰਿਹਾ। ਤੇ ਬੰਦੇ ਨੂੰ ਚਾਹੀਦੇ ਵੀ ਸੁੱਖ ਨੇ। ਐਸਾ ਕੋਈ ਦੁਨੀਆ 'ਤੇ ਬੰਦਾ ਨਹੀਂ, ਇਹੋ ਜਿਹਾ ਕੋਈ ਪ੍ਰਾਣੀ ਨਹੀਂ, ਇਹੋ ਜਿਹਾ ਕੋਈ ਮਨੁੱਖ ਨਹੀਂ ਜਿਹੜਾ ਇਹ ਕਹਿੰਦਾ ਹੋਵੇ ਕਿ ਮੇਰੀ ਦੌੜ ਦੁੱਖਾਂ ਵਾਲੇ ਪਾਸੇ ਹੈ। ਅੱਜ ਤੱਕ ਕਿਸੇ ਦੇ ਮੂੰਹ 'ਚੋਂ ਤੁਸੀਂ ਸੁਣਿਆ ਇਹ ਬੋਲ? ਜੇ ਤੁਸੀਂ ਉਹਨੂੰ ਆਖੋਗੇ ਜੇ ਤੈਨੂੰ ਦਈਏ ਦੁੱਖ, ਉਹ ਆਖੇਗਾ ਮੈਂ ਦੁੱਖ ਕਿਉਂ ਆਪਣੀ ਝੋਲੀ ਪਵਾਵਾਂ, ਮੈਂ ਸੁੱਖ ਝੋਲੀ ਵਿੱਚ ਪਵਾਵਾਂਗਾ। ਅਖੀਰ ਇੱਕ ਹੋਰ ਬੇਨਤੀ ਕਰਦੇ ਹਾਂ, ਜਿੰਨੀਆਂ ਵੀ ਅਰਦਾਸਾਂ, ਜਿੰਨੀਆਂ ਵੀ ਬੇਨਤੀਆਂ, ਜਿੰਨੀਆਂ ਵੀ ਜੋਦੜੀਆਂ ਅੱਜ ਹੋ ਰਹੀਆਂ ਨੇ, ਸੁੱਖਾਂ ਦੇ ਲਈ ਹੋ ਰਹੀਆਂ ਨੇ। ਇੱਥੇ ਭਾਵਨਾ ਸਮਝੋ ਕਿ ਵੀ ਸਾਨੂੰ ਸੁੱਖਾਂ ਲਈ ਅਰਦਾਸਾਂ ਨਹੀਂ ਕਰਨੀਆਂ ਚਾਹੀਦੀਆਂ, ਕਰਨੀਆਂ ਚਾਹੀਦੀਆਂ ਨੇ। ਪਰ ਅੱਜ ਦੇ ਭਾਵ ਵਿੱਚੋਂ ਗੁਰੂ ਤੇਗ ਬਹਾਦਰ ਮਹਾਰਾਜ ਸਾਨੂੰ ਕੁਝ ਗੱਲ ਸਮਝਾ ਰਹੇ ਆ। ਥੋੜ੍ਹਾ ਜਿਹਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚੋਂ ਸਤਿਗੁਰੂ ਜੀ ਕਹਿੰਦੇ ਆ, ਜਦੋਂ ਤੂੰ ਇੱਕ ਭਗਤ ਵੱਲ ਝਾਤ ਮਾਰੇਗਾ ਨਾ, ਉਹਦਾ ਜੀਵਨ ਸੰਸਾਰ ਤੋਂ ਅਲੱਗ ਹੈ। ਇੱਕ ਵਚਨ ਆਪਾਂ ਬਾਣੀ ਵਿੱਚ ਪੜ੍ਹਦੇ ਹਾਂ, ਤਾਂ ਹੀ ਭਗਤਾਂ ਤੇ ਸੰਸਾਰੀਆਂ ਦਾ ਆਪਸੀ ਤਾਲਮੇਲ ਪਤਾ ਕਿਉਂ ਨਹੀਂ ਬਹਿੰਦਾ? ਕਿਉਂਕਿ ਅਸਲ ਦੇ ਵਿੱਚ ਭਗਤ ਸੱਚਾਈ ਜਾਣਦਾ, ਸੰਸਾਰੀ ਸੱਚਾਈ ਨਹੀਂ ਜਾਣਦਾ। ਤੇ ਜਦੋਂ ਭਗਤ ਸੰਸਾਰੀ ਬੰਦੇ ਨੂੰ ਸੱਚਾਈ ਦੱਸਣ ਦੀ ਕੋਸ਼ਿਸ਼ ਕਰਦਾ ਹੈ, ਫਿਰ ਸੰਸਾਰੀ ਬੰਦਾ ਉਹਦੇ ਖਿਲਾਫ ਖੜਾ ਹੋ ਜਾਂਦਾ ਹੈ। ਕਿਉਂ? ਅਸਲ ਸੰਸਾਰੀ ਬੰਦੇ ਦਾ ਜਿਹੜਾ ਝੁਕਾਅ ਹੁੰਦਾ ਹੈ ਉਹ ਝੂਠ ਵਾਲੇ ਪਾਸੇ ਹੁੰਦਾ ਹੈ, ਤੇ ਜਿਹੜਾ ਭਗਤ ਹੁੰਦਾ ਹੈ ਉਹਦਾ ਝੁਕਾਅ ਜਿਹੜਾ ਹੁੰਦਾ ਉਹ ਸੱਚ ਵਾਲੇ ਪਾਸੇ ਹੁੰਦਾ ਹੈ। ਗੁਰੂ ਅਮਰਦਾਸ ਮਹਾਰਾਜ, ਆਪਾਂ ਬਚਨ ਪੜ੍ਹਦੇ ਹਾਂ, ਜਦੋਂ ਉਹ ਗੱਲ ਇੱਕ ਭਗਤ ਦੀ ਕਰਦੇ ਆ, ਉੱਥੇ ਸਤਿਗੁਰੂ ਜੀ ਕਹਿੰਦੇ ਆ, ਸੰਸਾਰ ਦੇ ਨਾਲੋਂ ਭਗਤ ਦਾ ਰਾਹ ਹੀ ਬੜਾ ਨਿਰਾਲਾ ਹੈ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤੈ ਕੇਰੀ ਬਿਖਮ ਮਾਰਗ ਚੱਲਣਾ। ਔਖੇ ਤੋਂ ਔਖੇ ਰਾਹ ਨੂੰ ਸਰ ਕਰ ਜਾਂਦੇ ਆ। ਮੈਂ ਬੇਨਤੀ ਆਪ ਜੀ ਦੇ ਨਾਲ ਇਹ ਕਰਨੀ ਚਾਹੁੰਦਾ, ਭਗਤ ਤੇ ਸੰਸਾਰੀ ਦੇ ਵਿੱਚ ਫਰਕ ਕੀ ਹੈ? ਕਿਉਂਕਿ ਸੰਸਾਰੀ ਹਮੇਸ਼ਾ ਸੁੱਖ ਦੀ ਆਸ ਰੱਖ ਕੇ ਅਰਦਾਸਾਂ ਕਰਦਾ ਹੈ। ਭਗਤ ਇੱਕ ਗੱਲ ਕਹਿੰਦਾ ਹੈ, ਰੱਬਾ ਅੱਜ ਦੇ ਦਿੱਤੇ ਸੁੱਖਾਂ ਦੇ ਵਿੱਚੋਂ ਕੱਲ੍ਹ ਨੂੰ ਦੁੱਖ ਮਿਲੇਗਾ, ਕਿਉਂ ਨਾ ਮੈਂ ਤੇਰੇ ਕੋਲੋਂ ਦੁੱਖ ਹੀ ਮੰਗ ਲਾਂ, ਆਉਣ ਦੇ ਦੁੱਖ ਕੋਈ ਗੱਲ ਨਹੀਂ। ਮੈਂ ਕੱਲ੍ਹ ਵੀ ਤੁਹਾਡੇ ਨਾਲ ਇੱਕ ਗੱਲ ਸਾਂਝੀ ਕੀਤੀ ਸੀ, ਵਿਛੋੜੇ ਦੇ ਵਿੱਚੋਂ ਬੜਾ ਕੁਝ ਨਿਕਲਦਾ। ਜਦੋਂ ਤੁਸੀਂ
ਵਿਛੋੜੇ ਦੇ ਬਾਰੇ ਪੜ੍ਹਦੇ ਹੋ, ਸੁਣਦੇ ਹੋ, ਬੜਾ ਕੁਝ ਸਾਹਮਣੇ ਆਏਗਾ। ਹੁਣ ਭਗਤ ਨੇ ਰੱਬ ਦੇ ਕੋਲੋਂ ਦੁੱਖ ਕਿਉਂ ਮੰਗਿਆ? ਕਿਉਂਕਿ ਅਸਲ ਦੇ ਵਿੱਚ ਉਹਨੂੰ ਪਤਾ ਹੈ ਕਿ ਵੀ ਵਿਛੋੜਾ ਜਿਹੜਾ ਦੁੱਖ ਹੈ ਨਾ, ਉਹਦੇ ਵਿੱਚੋਂ ਮਿਲਾਪ ਨਿਕਲੇਗਾ। ਫਿਰ ਬੇਨਤੀ ਮੇਰੀ ਧਿਆਨ ਨਾਲ ਸੁਣਿਓ, ਵਿਛੋੜੇ ਦੇ ਵਿੱਚੋਂ ਮਿਲਾਪ ਨਿਕਲੇਗਾ। ਹਾਲਾਂਕਿ ਹੈ ਵਿਛੋੜਾ ਦੁੱਖ, ਉਹਦੇ ਵਿੱਚੋਂ ਮਿਲਾਪ ਨਿਕਲੇਗਾ। ਸੰਸਾਰੀ ਬੰਦਾ, ਕੱਲ ਜਿਹੜੀ ਬੇਨਤੀ ਕੀਤੀ ਸੀ, ਜਦੋਂ ਕੋਈ ਜੰਮਦਾ ਹੈ ਨਾ, ਕਿਸੇ ਦੇ ਘਰ ਬੱਚਾ ਜੰਮਿਆ ਹੈ ਨਾ ਜੀ, ਵਧਾਈਆਂ ਹੀ ਵਧਾਈਆਂ, ਖੁਸ਼ੀਆਂ ਹੀ ਖੁਸ਼ੀਆਂ, ਖੇੜੇ ਹੀ ਖੇੜੇ। ਪਰ ਚੇਤੇ ਰੱਖਣਾ, ਇਹ ਮਿਲਾਪ ਜਿਹੜਾ ਅੱਜ ਬੱਚੇ ਦੇ ਆਉਣ ਦੇ ਨਾਲ ਸਾਰੇ ਉਹਨੂੰ ਮਿਲਣ ਦੇ ਲਈ, ਸਾਰੇ ਉਹਦੇ ਨਾਲ ਮਿਲਾਪ ਦੀ ਚਾਹਨਾ ਲੈ ਕੇ ਆਏ ਆ, ਸਾਰੇ ਉਸ ਸੁੱਖ ਦੇ ਵਿੱਚ ਹਾਜ਼ਰ ਹੋਇਆ, ਉਹ ਮਿਲਾਪ ਵਿਛੋੜੇ ਤੱਕ ਲੈ ਕੇ ਜਾਏਗਾ। ਹੁਣ ਇਹਨੂੰ ਵੀ ਥੋੜ੍ਹਾ ਧਿਆਨ ਨਾਲ ਸਮਝਿਓ। ਮੈਂ ਸੁੱਖ ਅਤੇ ਦੁੱਖ ਦੀ ਗੱਲ ਤੁਹਾਡੇ ਨਾਲ ਕਰਾਂਗਾ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇਹੀ ਸਾਨੂੰ ਸਮਝਾਇਆ ਅੱਜ। ਹੁਣ ਜਦੋਂ ਆਪਾਂ ਉਹਦੇ ਨਾਲ ਮਿਲਾਪ ਕੀਤਾ, ਸਾਨੂੰ ਲੱਗਾ ਕਿ ਵੀ ਘਰ ਦੇ ਵਿੱਚ ਸੁੱਖ ਆ ਗਿਆ। ਪਰ ਚੇਤੇ ਰੱਖਣਾ, ਉਹ ਸੁੱਖ ਜਦੋਂ ਉਮਰ ਵਧੇਗੀ, ਬਚਪਨ ਤੋਂ ਜਵਾਨੀ, ਜਵਾਨੀ ਤੋਂ ਬੁਢੇਪਾ, ਅਤੇ ਚੇਤੇ ਰੱਖਣਾ ਉੱਥੇ ਸੋਗ ਵਿਛੋੜਾ ਦੁੱਖ ਦੇਗਾ, ਉੱਥੇ ਦੁੱਖ ਦੇਗਾ। ਕਿਉਂਕਿ ਉਹਦਾ ਵਿਛੜਨਾ, ਜਿਹੜਾ ਮਿਲਾਪ ਸੀ, ਉਹ ਸੁੱਖ ਲੈ ਕੇ ਬੈਠਾ ਸੀ, ਅਤੇ ਜਦੋਂ ਉਹ ਵਿਛੜਿਆ, ਉਹ ਦੁੱਖ ਲੈ ਕੇ ਬੈਠਾ। ਭਗਤ ਕਹਿੰਦਾ, ਇਸੇ ਕਰਕੇ ਰੱਬਾ ਮੈਂ ਤੇਰੇ ਕੋਲੋਂ ਵਿਛੋੜੇ ਦਾ ਦੁੱਖ ਮੰਗਦਾ, ਆਉਣ ਦੇ ਕੋਈ ਗੱਲ ਨਹੀਂ, ਕਿਉਂਕਿ ਤੇਰੇ ਵਿਛੋੜੇ ਦੇ ਵਿੱਚੋਂ ਮਿਲਾਪ ਨਿਕਲੇਗਾ। ਅੱਜ ਦੁੱਖ ਮੰਗਾਂਗਾ, ਕੱਲ੍ਹ ਸੁਖੀ ਹੋ ਜਾਵਾਂਗਾ। ਜੇ ਅੱਜ ਹੀ ਸੁੱਖ ਮੰਗਿਆ, ਕੱਲ੍ਹ ਨੂੰ ਮੈਨੂੰ ਦੁੱਖ ਭੋਗਣੇ ਪੈਣਗੇ। ਇਸ ਕਰਕੇ ਮੈਂ ਤੇਰੇ ਕੋਲ ਸੁੱਖ ਮੰਗਦਾ। ਇਸੇ ਕਰਕੇ ਇੱਕ ਵਚਨ ਆਪਾਂ ਜਦੋਂ ਜਿਹੜੀ ਕੱਲ੍ਹ ਬਾਣੀ ਦੀ ਆਪਾਂ ਵਿਚਾਰ ਕਰਦੇ ਸਾਂ, ਉਹਦੇ ਲਾਸਟ ਦੇ ਵਿੱਚ ਇੱਕ ਸ਼ਬਦ ਆਉਂਦਾ, ਜਿਨ ਜਿਨ ਨਾਮ ਤੇ ਆਇਆ ਤਿਨ ਕੇ ਕਾਜ ਸਰੇ। ਉਹਦੇ ਬਚਨਾਂ ਦੇ ਵਿੱਚ ਕੁਝ ਕੁ ਪੰਕਤੀਆਂ ਨੇ। ਸਤਿਗੁਰੂ ਜੀ ਕਹਿੰਦੇ ਆ, ਭਗਤ ਨੂੰ ਵੇਖ, ਭਗਤ ਜਿਹੜਾ ਉਹ ਰੱਬ ਦੇ ਕੋਲੋਂ ਸੁੱਖ ਕਿਵੇਂ ਲੈ ਰਿਹਾ, ਵੇਖਣਾ ਇਹ ਹੈ। ਧਿਆਏ ਧਿਆਏ ਭਗਤੈ ਸੁੱਖ ਪਾਇਆ। ਹੁਣ ਜਿਹੜਾ ਆ ਸੁੱਖ ਭਗਤਾਂ ਦੇ ਕੋਲ ਹੈ ਨਾ, ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਇਹਨੂੰ ਹੀ ਕਹਿੰਦੇ, ਕਹਿੰਦੇ ਇਹ ਸੁੱਖ ਜਿਉਂਦੇ ਜੀ ਵੀ ਤੇਰੇ ਕੋਲ ਰਹਿਣਾ ਅਤੇ ਮਰਿਆਂ ਤੋਂ ਬਾਅਦ ਵੀ ਤੇਰੇ ਕੋਲ ਰਹਿਣਾ। ਹੁਣ ਤੁਸੀਂ ਆਖੋਗੇ ਮਰਿਆਂ ਤੋਂ ਬਾਅਦ ਕਿਵੇਂ ਜਾਵੇਗਾ ਨਾਲ? ਇੱਕ ਬਚਨ ਹੈ ਜੀ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਮੋਹਰ ਲਾਉਂਦੇ ਆ ਸਤਿਗੁਰੂ, ਕਿਸੇ ਦੁਚਿੱਤੇ ਵਿੱਚ ਨਹੀਂ ਰੱਖਦੇ, ਭਰਮ ਵਿੱਚ ਨਹੀਂ ਰੱਖਦੇ ਸਤਿਗੁਰੂ ਜੀ। ਕਹਿੰਦੇ ਜਿਉਂਦੇ ਜੀ ਤਾਂ ਸੁੱਖ ਹੈ, ਮਰਨ ਤੋਂ ਬਾਅਦ ਵੀ ਮੇਰੇ ਨਾਲ ਹੀ ਚੱਲਦਾ। ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਭਾਵ ਲੋਕ ਦਾ ਸੁੱਖ ਵੀ ਮਾਣ ਲਿਆ, ਪਰਲੋਕ ਦਾ ਸੁੱਖ, ਭਾਵ ਮਰਨ ਤੋਂ ਬਾਅਦ ਵੀ ਉਹ ਸੁੱਖ ਉਸੇ ਤਰ੍ਹਾਂ ਬਰਕਰਾਰ ਹੈ, ਉਹ ਗਿਆ ਨਹੀਂ। ਫਿਰ ਬੇਨਤੀ ਧਿਆਨ ਨਾਲ ਸੁਣਿਓ, ਗੁਰੂ ਤੇਗ ਬਹਾਦਰ ਮਹਾਰਾਜ ਜੀ ਆਂਦੇ ਆ, ਜੋ ਸੁੱਖ ਕੋ ਚਾਹੇ ਸਦਾ। ਹਰੇਕ ਬੰਦਾ ਚਾਹੁੰਦਾ ਕਿ ਮੇਰੇ ਕੋਲ ਸੁੱਖ ਹੋਵੇ। ਐਸਾ ਕੋਈ ਬੰਦਾ ਨਹੀਂ ਜਿਹੜਾ ਹੈ ਨਾ ਆਖੇ ਕਿ ਵੀ ਮੈਨੂੰ ਦੁੱਖ ਚਾਹੀਦਾ, ਸੁੱਖ ਹੋਵੇ। ਥੋੜ੍ਹੇ ਜਿਹੇ ਭਾਵ ਅਰਥ ਵੇਖਿਓ। ਜੋ ਦਾ ਅਰਥ ਹੁੰਦਾ ਜੇ, ਸੁੱਖ ਭਾਵ ਜੋ ਆਪਾਂ ਚਾਹੁੰਦੇ ਹਾਂ। ਚਾਹੇ ਸਦਾ, ਜੇ ਤੂੰ ਚਾਹੁੰਦਾ ਹੈ, ਭਾਵ ਜੇ ਇਹਨਾਂ ਦੀ ਚਾਹਨਾ ਰੱਖਣਾ। ਸ਼ਰਨ ਰਾਮ ਕੀ ਲੈ, ਫਿਰ ਤੂੰ ਰੱਬ ਦੀ ਸ਼ਰਨ ਲੈ, ਫਿਰ ਤੂੰ ਗੁਰੂ ਦੀ ਸ਼ਰਨ ਲੈ। ਕਿਉਂਕਿ ਗੁਰੂ ਦੀ ਸ਼ਰਨ ਦੇ ਵਿੱਚ ਇੱਕ ਸੁੱਖ ਨਹੀਂ, ਦੋ ਸੁੱਖ ਨਹੀਂ, ਗੁਰੂ ਦੀ ਹਜ਼ੂਰੀ ਦੇ ਅੰਦਰ, ਗੁਰੂ ਦੀ ਸ਼ਰਨ ਦੇ ਅੰਦਰ ਗਿਣਤੀ ਵੀ ਨਹੀਂ ਹੈ, ਅਨੇਕਾਂ ਸੁੱਖ ਨੇ, ਅਨੇਕਾਂ। ਆਪਾਂ ਇਹ ਨਹੀਂ ਕਹਿ ਸਕਦੇ ਕਿ ਵੀ ਸਤਿਗੁਰੂ ਜੀ ਦੇ ਹੈ ਨਾ ਜੀ ਭੰਡਾਰੇ ਵਿੱਚ ਇੰਨੇ ਸੁੱਖ ਸਨ, ਜਿਹਨੂੰ ਦਿੱਤੇ ਉਹਨੇ ਉਹੀ ਲੈ ਗਿਆ, ਮੇਰੇ ਕੋਲ ਤਾਂ ਕੁਝ ਬਚਿਆ ਹੀ ਨਹੀਂ। ਪਰ ਚੇਤੇ ਰੱਖਣਾ, ਸਤਿਗੁਰੂ ਜੀ ਕੁਝ ਸ਼ਰਤਾਂ ਰੱਖਦੇ ਆ। ਜਿਵੇਂ ਮੈਂ ਇੱਕ ਉਦਾਹਰਨ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਐਵੇਂ ਨਹੀਂ, ਗੁਰੂ ਦੇ ਕੋਲੋਂ ਸੁੱਖ ਲੈਣਾ, ਖੋ ਕੇ ਤਾਂ ਤੁਸੀਂ ਲੈ ਨਹੀਂ ਸਕਦੇ। ਦੁਨੀਆ ਦੇ ਸੁੱਖ ਖੋਏ ਜਾ ਸਕਦੇ ਆ ਦੁਨਿਆਵੀ, ਪਰ ਜਿਹੜਾ ਗੁਰੂ ਨੇ ਸੁੱਖ ਦੇਣਾ ਉਹ ਤੁਸੀਂ ਗੁਰੂ ਕੋਲੋਂ ਖੋ ਕੇ ਥੋੜ੍ਹਾ ਲੈ ਸਕਦੇ ਹੋ। ਇਹ ਤਾਂ ਦਾਤ ਸੁੱਖਾਂ ਦੀ ਉਹਦੇ ਹੱਥ ਵਿੱਚ ਹੈ। ਦਾਤਾ ਦਾਤ ਰੱਖੀ ਹੱਥ ਆਪਣਾ, ਸ਼ਰਤ ਹੈ ਉਹਦੇ ਕੋਲ। ਜਿਵੇਂ ਉਦਾਹਰਨ ਦੇਣ ਲੱਗਾ ਸਾਂ,
ਸਿਆਣਾ ਪਿਤਾ ਪੁੱਤ ਦੀ ਮੰਗ ਹੁੰਦੀ ਹੈ ਕਿ ਮੈਨੂੰ ਆਹ ਚੀਜ਼ ਚਾਹੀਦੀ ਹੈ, ਹੈ ਨਾ ਜੀ। ਜੇ ਆਹ ਚੀਜ਼ ਮੈਨੂੰ ਮਿਲ ਜਾਏ ਆਨੰਦ ਆਨੰਦ ਹੀ ਹੈ, ਸੁੱਖ ਹੀ ਸੁੱਖ ਹੈ। ਅਤੇ ਮੈਂ ਇੱਕ ਬੇਨਤੀ ਇੱਥੇ ਹੋਰ ਕਰਦਾ, ਸੁੱਖ ਦੇ ਅਰਥ ਅਲੱਗ ਨੇ, ਆਨੰਦ ਦੇ ਅਲੱਗ ਨੇ, ਖੇੜੇ ਦੇ ਅਲੱਗ ਨੇ। ਜਿੱਥੇ ਝਾਤ ਮਾਰੋਗੇ ਹਰੇਕ ਅਰਥ ਭਾਵ ਤੁਹਾਨੂੰ ਹੋਰ ਨਜ਼ਰ ਆਉਣਗੇ। ਸੋ ਰੋ ਵਿਚਾਰ ਬੇਨਤੀ ਕਰ ਰਿਹਾ ਸਾਂ, ਪਿਓ ਸਮਝਦਾਰ ਬੜਾ ਲਾਇਕ, ਪੁੱਤ ਨੇ ਮੰਗ ਰੱਖੀ ਮੈਨੂੰ ਆਹ ਚੀਜ਼ ਚਾਹੀਦੀ ਹੈ, ਮੈਂ ਤਾਂ ਸੁਖੀ ਹੁੰਨਾ, ਤਾਂ ਮੈਂ ਅੰਦਰ ਜਿਹੜਾ ਹੈ ਨਾ ਉਹ ਸੁਖੀ ਹੁੰਦਾ। ਹੁਣ ਪਿਓ ਨੇ ਇੱਕ ਸ਼ਰਤ ਉਹਦੇ ਅੱਗੇ ਰੱਖ ਦਿੱਤੀ, ਜੇ ਤੂੰ ਆਹ ਕੰਮ ਮੈਨੂੰ ਕਰਕੇ ਵਿਖਾ ਦੇਂ ਤਾਂ ਜਿਹੜੀ ਤੂੰ ਚੀਜ਼ ਮੰਗਦਾ ਮੈਂ ਤੈਨੂੰ ਦੇ ਦਿਆਂਗਾ। ਹੁਣ ਸਤਿਗੁਰੂ ਜੀ ਵੀ ਸਾਡੇ ਅੱਗੇ ਸ਼ਰਤ ਰੱਖਦੇ ਆ। ਸਤਿਗੁਰੂ ਜੀ ਕਹਿੰਦੇ ਦਾਤ ਤੇ ਤੈਨੂੰ ਮੈਂ ਦੇ ਦਿਆਂਗਾ, ਜਿਹੜੀ ਤੂੰ ਮੰਗਦਾ ਹੈ ਨਾ, ਸੁੱਖ ਹੋਣ ਦੀਆਂ ਦਾਤਾਂ ਮੰਗਦਾ ਮੈਂ ਸੁਖੀ ਹੋ ਜਾ, ਉਹ ਮੈਂ ਤੈਨੂੰ ਦੇ ਤੇ ਦਿਆਂਗਾ। ਪਰ ਮੇਰੀ ਇੱਕ ਸ਼ਰਤ ਹੈ, ਤੂੰ ਫਿਰ ਕਦੀ ਹਰੀ ਪਰਮਾਤਮਾ ਦੇ ਨਾਮ ਵਾਲੇ ਪਾਸੇ ਆਏਗਾ। ਇੱਕ ਵਚਨ ਆਪਾਂ ਪੜ੍ਹਦੇ ਹਾਂ, ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਦੀ ਬਾਣੀ ਪੜ੍ਹਦੇ ਹਾਂ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ, ਤੇਰੇ ਸਾਰੇ ਦੁੱਖ ਦੂਰ ਕਰ ਦਿਆਂਗਾ। ਸਤਿਗੁਰੂ ਜੀ ਕਹਿੰਦੇ ਆ, ਜੇ ਮਨ ਕਰਕੇ ਤੂੰ ਮੇਰੇ ਨੇੜੇ ਹੋ ਜਾਏ, ਜੇ ਤੂੰ ਮਨ ਕਰਕੇ ਮੇਰੇ ਕੋਲ ਹੋ ਜਾਏ, ਤੇਰੇ ਸਾਰੇ ਦੁੱਖ ਦੂਰ ਕਰ ਦਿਆਂਗਾ। ਸਗੋਂ ਮੈਂ ਤਾਂ ਦੁੱਖ ਪਰ ਹਾਰ ਸੁੱਖ ਘਰ ਲੈ ਜਾਏ, ਆਹ ਅਵਸਥਾ ਤੇਰੀ ਬਣਾ ਦਿਆਂਗਾ। ਘੋੜਾ ਵੀ ਹੈ ਤੇ ਜੋੜਾ ਵੀ ਹੈ, ਫਿਰ ਧਿਆਨ ਦਿਓ, ਘੋੜਾ ਵੀ ਹੈ ਜੋੜਾ ਵੀ ਹੈ। ਕਲਗੀਆਂ ਵਾਲੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਅੱਜ ਵੀ ਜਦੋਂ ਆ ਇਤਿਹਾਸ ਆਪਾਂ ਵਿਚਾਰਦੇ ਸਾਂ, ਉਹਦੇ ਵਿੱਚੋਂ ਮੈਨੂੰ ਇਹ ਗੱਲ ਯਾਦ ਆਈ, ਭਾਈ ਮਾਨ ਸਿੰਘ ਜੀ ਦੀ ਬੜੀ ਪਿਆਰੀ ਇਹ ਗਾਥਾ ਚੱਲਦੀ ਇਤਿਹਾਸ ਦੇ ਅੰਦਰ। ਹੋਰ ਭਾਵ ਵਿੱਚ ਨਾ ਲਿਓ, ਮੈਂ ਪਹਿਲਾਂ ਹੀ ਮਾਫ ਕਰਨਾ ਮੈਨੂੰ, ਕਿਉਂਕਿ ਆਪਾਂ ਹੋਰ ਭਾਵਾਂ ਵਿੱਚ ਚਲੇ ਜਾਂਦੇ ਹਾਂ। ਬੇਨਤੀ ਧਿਆਨ ਨਾਲ ਸੁਣਿਓ। ਘੋੜਾ ਵੀ ਹੈ ਜੋੜਾ ਵੀ ਹੈ, ਆਨੰਦਪੁਰ ਸਾਹਿਬ ਦੀ ਉਹ ਧਰਤੀ ਵੀ ਹੈ ਜਿੱਥੇ ਸਾਰੇ ਐਸ਼ੋ ਆਰਾਮ ਨੇ। ਉਸ ਧਰਤੀ ਨੂੰ ਛੱਡ ਕੇ ਸੁੱਖਾਂ ਦਾ ਦਾਤਾ ਅੱਜ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਹੈ, ਜਿੱਥੇ ਅੱਜ ਵੀ ਚਰਨ ਕਮਲ ਸਾਹਿਬ ਗੁਰਦੁਆਰਾ ਬਣਿਆ ਹੋਇਆ। ਇਤਿਹਾਸ ਕਹਿੰਦਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਭਾਈ ਮਾਨ ਸਿੰਘ ਜੀ ਆਪਣੇ ਮੋਢਿਆਂ 'ਤੇ ਚੁੱਕਦੇ ਆ, ਆਪਣੇ ਮੋਢਿਆਂ 'ਤੇ ਚੁੱਕ ਕੇ ਭਾਈ ਪੰਜਾਬੇ ਅਤੇ ਗੁਲਾਬੇ ਦੇ ਘਰ ਲੈ ਕੇ ਜਾਂਦੇ ਆ, ਜਿਹੜਾ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਸੀ। ਉੱਥੇ ਬੜੀ ਇੱਕ ਕਮਾਲ ਦੀ ਘਟਨਾ ਵਾਪਰਦੀ ਹੈ। ਵੇਖੋ, ਉਹਦੇ ਕੋਲ ਪਹਿਲਾਂ ਸੁੱਖ ਸਨ, ਅਗਾਂਹ ਜਾ ਕੇ ਹੁਣ ਜੇ ਉਹ ਤਨ ਕਰਕੇ ਪੀੜਾ ਵਿੱਚ ਹੈ, ਪਰ ਅੰਦਰੋਂ ਇਹ ਨਹੀਂ ਕਹਿ ਸਕਦੇ। ਮਾਫ ਕਰਨਾ, ਇਹ ਸ਼ਬਦ ਮੈਂ ਵਰਤ ਰਿਹਾ, ਪਰ ਚੇਤੇ ਰੱਖਣਾ ਇਸ ਤਰ੍ਹਾਂ ਨਹੀਂ। ਸਤਿਗੁਰੂ ਜੀ ਭਾਵੇਂ ਬਾਹਰੋਂ ਹੋਰ ਨਜ਼ਰ ਆ ਰਹੇ ਨੇ, ਪਰ ਅੰਦਰ ਦਾ ਸੁੱਖ ਜਿਹੜਾ ਉਹ ਅੱਗੇ ਜਾ ਕੇ ਤੁਹਾਡੇ ਨਾਲ ਸਾਂਝਾ ਕਰਦਾ। ਅੰਦਰ ਕਿੰਨਾ ਕੁ ਆਨੰਦ ਵਿੱਚ ਹੈ, ਧਿਆਨ ਨਾਲ ਸੁਣਿਓ। ਭਾਈ ਮਾਨ ਸਿੰਘ, ਇਤਿਹਾਸ ਕਹਿੰਦੇ ਆ ਸਤਿਗੁਰ ਦਾ, ਕਿਉਂਕਿ ਲਿਖਿਆ ਇਤਿਹਾਸ ਦੇ ਅੰਦਰ, ਕਛਹਿਰਾ ਬਿਲਕੁਲ ਲੱਤਾਂ ਦੇ ਨਾਲ ਚਿਪਕ ਗਿਆ, ਭਾਵ ਖੂਨ ਇੰਨਾ ਕੁ ਸਿਮਿਆ, ਇੰਨਾ ਕੁ ਵਗਿਆ ਕਿ ਵੀ ਅਸਲ ਵਿੱਚ ਹਰੇਕ ਸਰੀਰ ਦਾ ਕੱਪੜਾ ਸਰੀਰ ਦੇ ਨਾਲ ਚੰਬੜਿਆ, ਉਹਨੂੰ ਲਾਉਣਾ ਬੜਾ ਔਖਾ ਹੋਇਆ। ਅਤੇ ਭਾਈ ਮਾਨ ਸਿੰਘ ਜਦੋਂ ਇਹ ਸੇਵਾ ਕਰਨ ਲੱਗਦੇ ਆ, ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਵੇਖ ਕੇ ਅੱਖਾਂ ਦੇ ਵਿੱਚੋਂ ਵੈਰਾਗ ਆ ਜਾਂਦਾ। ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਭਾਈ ਮਾਨ ਸਿੰਘਾ, ਪਿਓ ਅਤੇ ਪੁੱਤ ਦੇ ਵਿੱਚ ਕੋਈ ਨੰਗੇਜ ਨਹੀਂ ਹੁੰਦਾ, ਪਿਓ ਅਤੇ ਪੁੱਤ ਵਿੱਚ ਕੋਈ ਨੰਗੇਜ ਨਹੀਂ, ਤੂੰ ਜੀ ਸਦਕੇ ਸੇਵਾ ਕਰ। ਪਰ ਇੱਕ ਬੇਨਤੀ ਜਿਹੜੀ ਮੈਂ ਤੁਹਾਡੇ ਨਾਲ ਕਰਨੀ ਚਾਹੁੰਦਾ, ਇੱਥੇ ਵੀ ਉਹ ਦਾਤਾ ਕਿੰਨੇ ਆਨੰਦ ਦੇ ਵਿੱਚ ਹੈ। ਇੱਕ ਜ਼ਫਰਨਾਮੇ ਦੀ ਚਿੱਠੀ ਲਿਖੀ ਜਾਂਦੀ ਹੈ। ਮੈਂ ਜਿੱਥੋਂ ਬੇਨਤੀ ਸ਼ੁਰੂ ਕੀਤੀ ਸੀ, ਇੱਕ ਘੋੜਾ ਇੱਕ ਜੋੜਾ, ਇੱਥੋਂ ਜ਼ਫਰਨਾਮੇ ਦੀ ਇੱਕ ਚਿੱਠੀ ਲਿਖੀ ਜਾਂਦੀ ਹੈ, ਜਿਹਨੂੰ ਲੈ ਕੇ ਭਾਈ ਦਇਆ ਸਿੰਘ ਜਿਹੜੇ ਆ ਔਰੰਗਜ਼ੇਬ ਕੋਲ ਜਾਂਦੇ ਆ, ਅਤੇ ਔਰੰਗਜ਼ੇਬ ਦੇ ਕੋਲ ਉਹ ਚਿੱਠੀ ਜ਼ਫਰਨਾਮੇ ਦੇ ਰੂਪ ਵਿੱਚ ਜਾਂਦੀ ਹੈ। ਉਸ ਜ਼ਫਰਨਾਮੇ ਦੇ ਵਿੱਚ ਇੱਕ ਬੜੀ ਕਮਾਲ ਦੀ ਗੱਲ ਲਿਖਦੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ, ਸਾਜੋ ਨਾ ਬਾਜੋ ਤਖਤੋ ਨਾ ਤਾਜੋ ਅਰਸ਼ੋ ਨਾ ਫਰਸੋ,
औरंगजेब वेख, कल मेरे को ताज सन, बाज सन, साज सन, अरश सन, फर्श सन, सब कुछ सी। ये नहीं कि भी कल सी, अज भी वेख मैं अरशां दे विच हां, अज भी मेरी सोच अरशां ते उडारियां मारदी है। ये नहीं तू कह सकदा कि भी अज मेरे को ये चीज़ां नहीं। की होया? घोड़ा नहीं, साज नहीं, बाज नहीं, पर सुरत अज भी अरशां ते है। मैं तेनों ये गल समझा दियां, तू महलों विच रह के भी सुखी नहीं, मैं माछीवाड़े दे जंगलों विच भी आनंद विच हां। आ हुंदा सुख। आपां सिर्फ दुनियावी सुख वाले पासे भज्जे हां, आपां कुछ होर वेखिया ही नहीं, सानूं पता ही नहीं। एक मैं छोटी जी इतिहास विचों होर बेनती करदा। जहांगीर कश्मीर की धरती ते चला गया, ये मता पास करके भी गुरु अर्जन देव महाराज नूं तत्ती तवी ते बिठा दिओ। ये उन्हें है ना जी कह दिता। ते आप क्योंकि उस वेले गर्मियां दियां तपदियां धुप्पां ने, आप ठंडकता लैण दे लई कश्मीर की धरती ते चला गया। इधर लाहौर की धरती दे धन गुरु अर्जन देव महाराज नूं तत्ती तवी ते बिठाया जा रहा है ना जी, उबलदी देग विच बिठाया जा रहा है, उत्तों रेता पाया जा रहा है। धन गुरु अर्जन देव महाराज एक गल कहंदे आ, जहांगीर वेख, मेरे उत्ते भावें रेते पाए जा रहे, उबलदियां देगां विच बिठाया जा रहा है, भावें तत्तियां तवियां ते बिठाया जा रहा। औरंगजेब मैं तां भी आनंद विच हां, तू कश्मीर की धरती ते बैठा भी तपश विच है, तू उत्थे भी दुख भोग रहा है, मैं तत्ती तवी ते बह के भी सुख माण रहा। माई मेरो मन को सुख। ये बचन बड़ा कमाल दा, धन गुरु अर्जन देव महाराज जी दा। सतगुरु गुरु अर्जन देव महाराज कह रहे, माई हे मेरी ये माए, हे मेरी माँ, माई मेरे मन को सुख, कोट आनंद राज सुख भुगवै, हर सिमरत बिनसै सब दुख। रब नूं याद कर, सदीवी सुख आ जाएगा। रब नूं याद कर, तेरे दुख दूर हो जाणगे। सतगुरु जी कहते आही तो तेनों समझाउणा चाहुंदा, जो सुख को चाहे सदा शरण राम की ले। जे तू सुख नूं चाहुंदा ना, फिर निरंकार दी शरण लै। थोड़ा जिहा इनू होर शरण नूं समझो, शरण की है? भाव उहदी हजूरी। ते चेते रखना, जिहड़ा उहदी हजूरी अंदर आ जांदा फिर उहनूं गुरु दी दसी मर्यादा दा पता लग जांदा। आ जिहड़ियां आपां मर्यादा चुक्की फिरदे ना, माफ़ करना, इहदा ते साडे विच रोला ही है ना जी। गुरु तो कदी मर्यादा सीखी आपां? गुरु की दिंदा? सतगुरु जी सानू सुख दिंदे आ। गुरु अर्जन देव महाराज जी दा आपां ना एक सुखमनी साहिब विच बचन पढ़दे आ, उहदे विच सतगुरु जी दो चीज़ां साडे सामने रखदे आ। गुरु अर्जन देव महाराज, पहली मैं सिर्फ एक दो तुकां दा सहारा लैना, दोवें गल्लां साझीआं कर दिआंगा। पहली गल गुरु वल्लों साडे ते हुंदी है, ते दूजी आपां जिहड़ी है ना गुरु दे नाल साझी करदे आ। गुरु सानू की दिंदा? सतगुर सिख की करै प्रतपाल, सेवक को गुर सदा दयाल। है ना जी, सतगुर सिख की प्रतिपालना करदा ते सदा ही सिख दे उत्ते वो दयावान रहिंदा, मेहरबान रहिंदा। जिन्हों फिर आपां बाणी विच पढ़दे आ, मेहरबान साहिब मेरा, मेहरबान जी सगल को दे दान। हरेक वार ही वो सुख पिया दे रहा है। अपनी शरण विचों की दे रहा? वो अपनी खजूरी विचों की दे रहा? सुख दे रहा है। सतगुरु जी कहते, जे रब ने गुरु ने तेरे कोल कुछ मंगिया, फिर तू की देंगा गुरु नूं? फिर तू की गुरु दे नाल साझा करेगा? मेरे कोल तां ऐसी चीज़ ही नहीं है जिहड़ी मैं गुरु दे नाल साझी करा, जिहड़ी मैं गुरु नूं दियां। क्योंकि मेरे कोल देण लई की है? क्योंकि जो कुछ सुख असी बाहर दे भोग रहे हैं, वो भी तां रब दे दिते होए आ, ते रब दियां दित्तियां होईयां रब नूं ही आपां चीज़ां भेटिया करांगे। है ना जी, ये थोड़ा एक भी है ना, किसी ने तुहानूं कुछ दिता, उहदी दित्ती चीज़ वापस तुसीं उहनूं मोड़ दिओ, वो कहेगा तू मैनूं की दिता, मैं तैनूं कख भी नहीं दिता। बस यही कहानी है। सतगुरु जी कहंदे आ, गुरु तेरे कोलों कुछ नहीं मंगदा, कुछ नहीं मंगदा, बस इन्ना काम कर, गुरु नूं अपने घर हिरदे दे अंदर थां दे दे।
ਬੇਨਤੀ ਧਿਆਨ ਸੁਣੋ, ਜੋ ਆਪਾਂ ਉਹਦੀ ਸ਼ਰਨ ਵਿੱਚ ਆ ਕੇ ਸਦੀਵੀ ਸੁੱਖ ਚਾਹੁੰਦੇ ਆ ਨਾ, ਆਪਣੇ ਹਿਰਦੇ ਘਰ ਰੂਪੀ ਵਿੱਚ ਥਾਂ ਦੇ ਦੇ। ਇੱਕ ਛੋਟੀ ਜਿਹੀ ਬੇਨਤੀ ਮੈਨੂੰ ਹੋਰ ਚੇਤੇ ਆ ਗਈ, ਘਰ ਬਣਾਇਆ ਹੈ ਨਾ ਜੀ, ਆਪਾਂ ਘਰ ਬਣਾਇਆ। ਆਪਾਂ ਕਦੀ ਨਹੀਂ ਕਹਿੰਦੇ ਕਿ ਵੀ ਸਤਿਗੁਰ ਤੇਰਾ ਘਰ ਏ। ਉਹਦੇ ਲਈ ਵੀ ਆਪਾਂ ਹੈ ਨਾ ਜੀ, ਚਲੋ ਕਈ ਹੁੰਦੇ ਆ ਇਹੋ ਜਿਨ੍ਹਾਂ ਨੇ ਚਲੋ ਕਮਰਾ ਬਣਾ ਲਿਆ, ਬੜਾ ਵਧੀਆ ਕੀਤਾ ਹੈ ਨਾ ਜੀ, ਪਰ ਉੱਥੇ ਸਾਡੇ ਕਈ ਵਾਰ ਲਫ਼ਜ਼ ਪਤਾ ਕੀ ਹੁੰਦੇ ਨੇ, ਬੋਲ ਪਤਾ ਕੀ ਹੁੰਦੇ ਨੇ, ਮੇਰੇ ਘਰ ਦੇ ਵਿੱਚ ਗੁਰੂ ਰਹਿਣ ਆਇਆ। ਆਹ ਲਫ਼ਜ਼, ਆਹ ਬੋਲ ਹੁੰਦੇ ਨੇ ਸਾਡੇ, ਮੇਰੇ ਘਰ ਵਿੱਚ ਗੁਰੂ ਰਹਿਣ ਆਇਆ। ਇਹ ਨਹੀਂ ਕਹਿੰਦਾ ਕਿ ਵੀ ਗੁਰੂ ਦੇ ਘਰ ਵਿੱਚ ਮੈਂ ਰਹਿਣ ਆਇਆ, ਕਿਉਂਕਿ ਇਹ ਵੀ ਤਾਂ ਗੁਰੂ ਦਾ ਹੀ ਹੈ, ਮੇਰਾ ਥੋੜ੍ਹਾ ਹੈ। ਬਸ ਸਤਿਗੁਰੂ ਜੀ ਕਹਿੰਦਾ ਸਾਰੇ ਸੁੱਖ ਆਪਾਂ ਉਸੇ ਵੇਲੇ ਘੁਮਾ ਲੈਂਦੇ ਹਾਂ, ਪੁੱਠੇ ਪਾਸੇ ਤੁਰ ਜਾਂਦੇ ਹਾਂ। ਬਸ ਇਹ ਕਹਿ ਕਿ ਮੈਂ ਗੁਰੂ ਦੇ ਘਰ ਰਹਿਣ ਆਇਆ, ਕਿਉਂਕਿ ਜਿੰਨੀਆਂ ਵੀ ਖੁਸ਼ੀਆਂ ਆਈਆਂ ਨੇ, ਜਿੰਨੇ ਵੀ ਖੇੜੇ ਆਏ ਨੇ, ਇਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਰਕੇ ਆਏ ਨੇ, ਮੇਰੇ ਕਰਕੇ ਨਹੀਂ ਆਏ ਹੈ ਨਾ ਜੀ। ਇਹ ਆਪਾਂ ਕਹਿਣਾ ਹੈ, ਪਰ ਆਪਾਂ ਚੇਤੇ ਰੱਖਣਾ ਸ਼ਬਦ ਹੋਰ ਵਰਤਦੇ ਹਾਂ। ਬਾਹਰ ਤਖਤੀਆਂ 'ਤੇ ਲਿਖਾਨੇ ਕੁਝ ਹੋਰ ਆ, ਅੰਦਰ ਸਾਡੇ ਕੁਝ ਹੋਰ ਚੱਲਦਾ। ਸੋ ਮੇਰੀ ਬੇਨਤੀ ਇਹ ਹੈ, ਸਤਿਗੁਰੂ ਜੀ ਕਹਿੰਦੇ ਜੋ ਸੁਖ ਕੋ ਚਾਹੈ ਸਦਾ, ਸ਼ਰਨ ਰਾਮ ਕੀ ਲੈ। ਗੁਰੂ ਦੀ ਸ਼ਰਨ ਲੈ। ਗੁਰੂ ਦੀ ਸ਼ਰਨ ਕਿਉਂ ਲੈਣੀ ਹੈ? ਸਤਿਗੁਰੂ ਜੀ ਕਹਿੰਦੇ ਜੋ ਸ਼ਰਨੀ ਆਵੈ ਸਰਬ ਸੁਖ ਪਾਵੈ। ਉਹ ਸਾਰੇ ਸੁੱਖ ਪ੍ਰਾਪਤ ਕਰ ਲੈਂਦਾ ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਸ਼ਰਨ ਵਿੱਚ ਆ ਜਾ। ਅਗਲੀ ਪੰਕਤੀ ਵਿੱਚ ਕਹਿੰਦੇ ਕਹੋ ਨਾਨਕ ਸੁਨ ਰੇ ਮਨਾ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਖਦੇ ਆ, ਹੇ ਮਨ ਸੁਣ, ਕਿਉਂਕਿ ਬਾਰ-ਬਾਰ ਬਾਣੀ ਦੇ ਵਿੱਚ ਮਨ ਨੂੰ ਸਮਝਾਇਆ ਗਿਆ, ਹੇ ਮੇਰਾ ਮਨਾ ਸੁਣ। ਤੈਨੂੰ ਗੁਰੂ ਤੇਗ ਬਹਾਦਰ ਮਹਾਰਾਜ ਜੀ ਇਹ ਗੱਲ ਸਮਝਾ ਰਿਹਾ। ਇੱਕ ਮੈਂ ਬੇਨਤੀ ਕਰਾਂ, ਇੱਥੇ ਮੈਂ ਸ਼ਬਦ ਵਰਤ ਰਿਹਾ, ਗੁਰੂ ਤੇਗ ਬਹਾਦਰ ਮਹਾਰਾਜ ਕਹਿ ਰਹੇ ਨੇ, ਕਿਉਂਕਿ ਚੇਤੇ ਰੱਖਣਾ ਸ਼ਬਦ ਨਾਨਕ ਸਤਿਗੁਰੂ ਜੀ ਦਾ ਵਰਤਿਆ ਜਾ ਰਿਹਾ, ਗੁਰੂ ਨਾਨਕ ਪਾਤਸ਼ਾਹ ਜੀ ਦਾ, ਪਰ ਜੋਤ ਤੇ ਉਹੀ ਹੈ ਨਾ। ਜੇ ਆਪਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਵੀ ਕਹਿ ਲਈਏ, ਫਿਰ ਸਾਨੂੰ ਇਹ ਕਹਿਣ ਦੀ ਲੋੜ ਨਹੀਂ ਕਿ ਨਾਨਕ ਆਖਦਾ ਹੈ ਜਾਂ ਉਹ ਹੈ ਨਾ ਜੀ। ਫਿਰ ਸਿੱਧਾ ਹੀ ਆਪਾਂ, ਕਿਉਂਕਿ ਬਾਣੀ ਤਾਂ ਆਪਾਂ ਉਹਨਾਂ ਦੀ ਉਚਾਰਨ ਕਰ ਰਹੇ ਹਾਂ ਨਾ, ਬਾਣੀ ਤਾਂ ਉਹਨਾਂ ਦੀ ਵਿਚਾਰ ਰਹੇ ਹਾਂ, ਫਿਰ ਆਪਾਂ ਸ਼ਬਦ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਹੀ ਵਰਤ ਲਈਏ ਤੇ ਕੋਈ ਫਰਕ ਨਹੀਂ ਪੈਂਦਾ। ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਆ, ਹੇ ਮੇਰਿਆ ਮਨਾ ਸੁਣ, ਇਹ ਮਨੁੱਖਾ ਸਰੀਰ ਬੜੀ ਮੁਸ਼ਕਲ ਦੇ ਨਾਲ ਮਿਲਦਾ। ਹੁਣ ਇੱਥੇ ਵੀ ਥੋੜ੍ਹਾ ਰੁਕਿਓ। ਕਈਆਂ ਨੂੰ ਤੇ ਇਹੀ ਨਹੀਂ ਪਤਾ ਹੁੰਦਾ ਕਿ ਵੀ ਮੈਨੂੰ ਚੀਜ਼ ਕਿੰਨੀ ਕੁ ਕੀਮਤੀ ਮਿਲੀ ਹੋਈ ਹੈ ਨਾ ਜੀ। ਇਹ ਨਹੀਂ, ਕਿਸੇ ਬਹੁਤ ਵਿਰਲੇ ਹੁੰਦੇ ਆ ਜਿਨ੍ਹਾਂ ਨੂੰ ਇਸ ਗੱਲ ਦਾ ਪਤਾ ਲੱਗਦਾ ਕਿ ਵੀ ਜਿਹੜੀ ਚੀਜ਼ ਮੇਰੇ ਕੋਲ ਹੈ ਉਹ ਕਿਸੇ ਹੋਰ ਕੋਲ ਨਹੀਂ ਹੈ। ਜੋ ਰੱਬ ਨੇ ਮੈਨੂੰ ਦਿੱਤਾ ਉਹ ਦੂਜੇ ਨੂੰ ਨਹੀਂ ਦਿੱਤਾ। ਮੈਂ ਬੜਾ ਕੀਮਤੀ ਹਾਂ, ਰੱਬ ਨੇ ਮੈਨੂੰ ਬੜਾ ਕੀਮਤੀ ਬਣਾਇਆ। ਰੱਬ ਨੇ ਜੋ ਕੁਝ ਮੈਨੂੰ ਦਿੱਤਾ ਉਹ ਦੂਜੇ ਨੂੰ ਕਿਉਂ ਨਾ ਦਿੱਤਾ? ਕਿਉਂਕਿ ਰੱਬ ਨੇ ਤੱਕਿਆ ਮੇਰੇ ਵੱਲ ਹੈ। ਹੁਣ ਮੈਂ ਬੇਨਤੀ ਕਰਾਂ, ਸਭ ਤੋਂ ਚੰਗੀ ਚੀਜ਼ ਰੱਬ ਨੇ ਮਨੁੱਖ ਨੂੰ ਦਿੱਤੀ ਹੈ। ਉਹ ਕੀ ਹੈ? ਮਨੁੱਖਾ ਦੀ। ਭਗਤ ਕਬੀਰ ਜੀ ਦਾ ਇੱਕ ਬਚਨ ਆਪਾਂ ਵਿਚਾਰਦੇ ਹਾਂ। ਉੱਥੇ ਭਗਤ ਕਬੀਰ ਜੀ ਸਾਰੇ ਸਾਡੇ ਅੰਦਰ ਦੇ ਸੰਸ਼ੇ ਦੂਰ ਕਰ ਦਿੰਦੇ ਆ। ਕਬੀਰ ਮਾਨਸ ਜਨਮ ਦੁਰਲਭ ਹੈ। ਇੱਥੇ ਵੀ ਸ਼ਬਦ ਦੁਰਲਭ ਮਾਨੁਖ ਦੇ, ਦੁਰਲਭ ਦਾ ਅਰਥ ਕੀ ਹੁੰਦਾ ਹੈ? ਜਾਂ ਦੁਰਲਭ ਇੱਕੋ ਹੀ ਸ਼ਬਦ ਨੇ, ਬਸ ਥੋੜ੍ਹਾ ਜਿਹਾ ਅੱਖਰਾਂ ਦਾ ਹੈ ਜੀ ਫਰਕ ਹੈ। ਦੁਰਲਭ ਦਾ ਅਰਥ ਹੁੰਦਾ ਜੀ ਕੀਮਤੀ। ਹੁਣ ਜਿੰਨੀ ਮਰਜ਼ੀ ਕੀਮਤੀ ਚੀਜ਼ ਭਾਵੇਂ ਕਿਸੇ ਨੇ ਸਾਨੂੰ ਗਿਫਟ ਦਿੱਤਾ ਜਾਂ ਉੱਦਾਂ ਹੀ ਸਾਨੂੰ ਕਿਸੇ ਨੇ ਭੇਟ ਦਿੱਤੀ, ਆਪਾਂ ਸੰਭਾਲ ਕੇ ਰੱਖਦੇ ਹਾਂ। ਗਵਾਚਣ ਦਾ ਡਰ ਹੈ, ਟੁੱਟ ਜਾਣ ਦਾ ਹੈ ਜੀ, ਦੂਰ ਹੋ ਜਾਣ ਦਾ ਦੁੱਖ ਹੈ। ਆਪਾਂ ਕਹਿੰਦੇ ਹਾਂ ਕਿ ਵੀ ਦੂਰ ਨਾ ਹੋਣ ਜਾਈਏ, ਇਹਨੂੰ ਸੰਭਾਲ ਕੇ ਰੱਖੀਏ ਤਿਜੋਰੀਆਂ ਵਿੱਚ। ਪਤਾ ਨਹੀਂ ਬੜਾ ਆਪਾਂ ਹੈ ਜੀ ਉਹਦੀ ਸੰਭਾਲ ਕਰਦੇ ਹਾਂ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ, ਬੰਦਿਆ ਇੱਕ ਚੀਜ਼ ਸੀ ਤੇਰੇ ਕੋਲੋਂ ਉਹ ਸੰਭਾਲੀ ਨਹੀਂ ਗਈ, ਬਾਕੀ ਸਾਰੀਆਂ ਚੀਜ਼ਾਂ ਤੂੰ ਸੰਭਾਲ ਲਈਆਂ। ਇੱਕ ਚੀਜ਼ ਤੇਰੇ ਕੋਲੋਂ ਸੰਭਾਲੀ ਨਹੀਂ ਗਈ, ਉਹ ਕਿਹੜੀ? ਆ ਮਨੁੱਖਾ ਦੇਹੀ, ਆ ਮਨੁੱਖਾ ਸਰੀਰ ਨਹੀਂ ਤੇਰੇ ਤੋਂ ਸੰਭਾਲਿਆ ਗਿਆ। ਕਬੀਰ ਮਾਨਸ ਜਨਮ ਦੁਰਲਭ ਹੈ, ਹੋਏ ਨਾ ਬਾਰੈ ਬਾਰ, ਜਿਉਂ ਬੰਨ ਫਲ ਪਾਕੇ ਭੋਏ ਗਿਰੈ, ਬੌਰ ਨਾ ਲੱਗੈ ਡਾਰ। ਤੈਨੂੰ ਪਤਾ ਹੋਣਾ ਚਾਹੀਦਾ ਸੀ, ਇੱਕ ਵਾਰੀ ਸਵਾਸਾਂ ਦੀ ਲੜੀ ਟੁੱਟ ਜਾਏ ਦੁਬਾਰਾ ਉਹ ਜੁੜਦੀ ਨਹੀਂ। ਤੈਨੂੰ ਇਹਦੀ ਸੰਭਾਲ ਕਰਨੀ ਚਾਹੀਦੀ ਸੀ, ਤੈਨੂੰ ਰੱਬ ਦੇ ਲੇਖੇ ਲਾਉਣੀ ਚਾਹੀਦੀ ਸੀ। ਕਿਉਂ? ਇਹ ਬੜੀ ਦੁਰਲਭ ਸੀ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਵੀ ਇਹੀ ਕਹਿੰਦੇ ਆ,
सतगुरु जी कहते आ बड़ी मुश्किल नाल भाई ये जिहड़ा है ना मनुखा जामा मिलदा है, बड़ी है ना जी लोचदे फिरदे आ। सतगुरु जी कहते आ कदे सुर नर देवी देवतियां वल वेखी, वो भी मनुखा देखी नूं लोचदे फिरदे आ किते सानू मिलदा है, पर तैनूं तां बड़ी कीमती चीज़ मिल गई, बिना मंगण तो ही तैनूं मिल गई। रब ने एडी किरपा कीती, फिर एक किरपा तू गुरु की शरण विच आके इनू सवार लै। मैं बेनती करा मनुखा देखी मिल गई, शुकराना है रब दा, पर अगला जिहड़ा काम है ना, अगला जिहड़ा स्टैप है वो ये है इनू सवारना। क्योंकि जदों तक असी इनू सवारदे नहीं उदों तक आपां रब दे नेड़े नहीं जो सकदे। आप सवारें मैं मिलें, मैं मिलिया, गल फिर सुख दी आ गई है। सतगुरु यही कह रहा कि भी हुण आ मनुखा देही नूं जेकर तू रब दी गुरु दी शरण विच लिया के सवार लें, सतगुरु जी कहते हैं सारे सुख ही तेरे कोल ने। आप सवार है मैं मिलै, मैं मिलिया सुख होए, फरीदा जे तू मेरा होए रह सब जग तेरा होए। सारा संसार ही तेरा है, सारे सुख ही जग दे, सब जग होए दा भाव सारे सुख ही तेरे कोल ने, तेनू किते भी जाण दी फिर लोड़ नहीं। अगले शब्द विच सतगुरु जी फिर माया की गल करदे, माया कारण धावही मूर्ख लोग अजान। हुण तक आपां माया दे भाव अर्थ होर करदे, इत्थे धन दौलत दे अर्थ कर लईए, भाव जिहड़ी बाहरी तौर ते आपां कमाउने आ। सतगुरु जी कहंदे वेख किन्ना मूर्ख बंदा है, वेख अनजान, भाव मूर्ख शब्द भी वरत दिता नाल अनजान भी कह दिता, भाव वेख किन्ना मूर्ख बंदा है, वेख किन्ना अनजान बंदा है। जदों इहदे वल वेखदा ये दौड़िया ये भज्जिया ही फिरदा है। सतगुरु जी कहंदे भज्जिया फिरदा है किहदे खातिर? कच दी खातर, झूठ दी खातर। जदों भी वेखदा कदी इधर नूं तुरिया कदी उधर नूं तुरिया, इहदे जीवन दे विच कदी भी चैन नहीं आया, ये कदी भी सुख दे नाल नहीं बैठा, इनू मैं कदी वेख्या ही नहीं बैठे नूं, ये भज रहा। जदों दा जन्मिया मरण तक ये भजदा ही रहा, भजदा ही रहा। बचपन सी चीज़ां वेखदा सी ते उन्हां वल दौड़दा सी। बेनती ध्यान नाल सुनियो, बचपन सी इनू किसी ने चीज़ दिती, उस चीज़ वाल दौड़िया भज्जिया, पर जदों दा दी एंड होया। मैं एक बेनती होर करा, सब दे अंदर भावें मैं होवां तुसीं होवो कोई होवे, एक मन दे अंदर ना लालसा हुंदी है साडे। लालसा पता की हुंदी है कि भी खजे मैं पोते पोतरियां है ना जी सब नूं जिहड़ा है उन्हां नूं विआहिया होया वेख लवां, या वो नौकरियां ते लग जाण, रुतबे वो कुछ पा लैण, मैं उन्हां नूं वेखना चाहुंदा। एक लालसा है, एक दौड़ है बंदे दी। चेते रखना सतगुरु जी कहंदे बंदा भज्जिया ही फिरदा है, ज्यों बचपन तो भज्जिया। सतगुरु जी कहंदे हुण दी एंड आउण नूं होया, हजे भी दौड़ भज वाली है, हजे भी रब वाले पासे नहीं आया। सतगुरु जी कहंदे माया कारण धावही, ये सौखी जी उदाहरण ता दी ताकि इस शब्द की समझ लग जाए। माया कारण धावही मूर्ख लोग अजान, कहो नानक बिन हर भजन। गुरु तेग बहादुर महाराज कहते आ, हे नानक आख बिन भजन, रब दे भजन तो बिना, रब की बंदगी तो बिना बिरथा जन्म सिरान। आ जिहड़ा जन्म है सिरान का अर्थ हुंदा जी गुजर, जिहड़ा गुजर रहा है, भाव जिहड़ा बीत रहा है। सतगुरु जी कहते इन्हें भजन तो बिना बंदगी तो बिना ये जीवन जिहड़ा इदां अजाई गुजार लिया। दो शब्दों के भाव अर्थ मैं तुहाडे नाल साझे कीते आ। सतगुरु गुरु तेग बहादुर महाराज कृपा करन। इस तरह कोशिश करांगे आपां कि भी दो दो शब्द जिहड़े आ, क्योंकि समा जिहड़ा है प्रकाश पुरब दा नेड़े रह गया। कोशिश करांगे आपां सतगुरु गुरु तेग बहादुर महाराज जी दे ये बचन दी विचार तो बाद ਜਿਹੜੇ ਸਤਿਗੁਰੂ ਜੀ ਦੇ ਸ਼ਬਦ ਨੇ ਦੋ ਦੋ ਤਿੰਨ ਤਿੰਨ ਕਰਕੇ ਆਪਾਂ ਉਹਨਾਂ ਦੀ ਵਿਚਾਰ ਸਾਂਝੀ ਕਰ ਲਵਾਂਗੇ। ਇੰਨੀ ਕੁ ਬੇਨਤੀ ਪ੍ਰਵਾਨ ਕਰਿਓ ਜੀ, ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ।